Good afternoon students. Today we discuss about next topic correlation analysis. ये यूनिट 8 ਦਾ ਆ meaning correlation is a single number that describe the degree of relationship between two variables. correlation ਕੀ ਆ ਇੱਕ single number ਆ ਜਿਹੜਾ ਕਿ ਦੋ variables ਦੇ relation ਨੂੰ describe ਕਰਦਾ ਹੈ. Correlation analyzes a process to find out the degree of relationship between two or more variables by applying various statistical tools. अलग-अलग ਜਿਹੜੇ ਆ statistical tool ਨੂੰ ਆਪਾਂ ਅਪਲਾਈ ਕਰਕੇ ਜਿਹੜੇ ਕਿ ਆ correlation ਦੇ ਇਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਵੇਰੀਏਬਲਸ ਨੂੰ ਯੂਜ਼ ਕਰਕੇ correlation ਐਨਾਲਾਈਜ਼ ਕਰ ਸਕਦੇ ਹਾਂ. ਫॉर एग्जांपल प्राइस एंड सप्लाई. ਨੈਕਸਟ ਹੈ ਯੂਜ਼ ਆਫ ਕੋਰਿਲੇਸ਼ਨ ਐਨਾਲਾਈਸਿਸ. ਇਹ ਕਿੱਥੇ ਕਿੱਥੇ ਯੂਜ਼ ਹੁੰਦਾ ਆ, ਕਿਵੇਂ ਇਹਨੂੰ ਯੂਜ਼ ਕੀਤਾ ਜਾਂਦਾ ਆ. ਇਹਨੂੰ ਜਦੋਂ ਡਿਗਰੀ ਐਂਡ ਡਾਇਰੈਕਸ਼ਨ ਦੇ ਲਈ ਅਲੱਗ-ਅਲੱਗ ਵੇਰੀਏਬਲਸ ਦੀ ਡਿਗਰੀ ਐਂਡ ਡਾਇਰੈਕਸ਼ਨਸ ਦੇ ਲਈ, ਰਿਗਰੈਸ਼ਨ ਰਿਸਰਚ ਵਰਕ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ ਆ. ਜਦੋਂ ਪ੍ਰਿਡਿਕਸ਼ਨ ਕੀਤੀ ਜਾਂਦੀ ਆ ਅਨਸਰਟੀਨਿਟੀਜ਼ ਨੂੰ ਰਿਡਿਊਸ ਕਰਨ ਦੇ ਲਈ, ਸਾਇੰਟੀਫਿਕ ਮੈਥਡ ਨੂੰ ਯੂਜ਼ ਕਰਨ ਲਈ, ਉਹਦੇ ਵਿੱਚ ਕਨਕਲੂਜ਼ਨਸ ਨੂੰ ਯੂਜ਼ ਕਰਨ ਲਈ ਇਹਨੂੰ ਯੂਜ਼ ਕੀਤਾ ਜਾਂਦਾ ਆ. ਬਿਜ਼ਨਸ ਦੀ ਫੀਲਡ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਆ. ਅਲੱਗ-ਅਲੱਗ ਜਿਹੜੇ ਕੰਸੈਪਟ ਐਂਡ ਰਿਗਰੈਸ਼ਨ ਦੀ ਡਿਵੈਲਪਮੈਂਟ ਦੇ ਲਈ ਵੀ ਇਹਨੂੰ ਯੂਜ਼ ਕੀਤਾ ਜਾਂਦਾ ਹੈ. ਨੈਕਸਟ ਹੈ ਟਾਈਪਸ ਆਫ ਕੋਰਿਲੇਸ਼ਨ. ਟਾਈਪਸ ਆਫ ਕੋਰਿਲੇਸ਼ਨ ਦੇ ਅੰਡਰ ਆਪਣੇ ਕੋਲ ਪਹਿਲੇ ਫਸਟਲੀ ਦੋ ਟਾਈਪ ਆ ਇਹਦੇ, ਪੋਜ਼ੀਟਿਵ ਕੋਰਿਲੇਸ਼ਨ ਐਂਡ ਨੈਗੇਟਿਵ ਕੋਰਿਲੇਸ਼ਨ. ਪੋਜ਼ੀਟਿਵ ਕੋਰਿਲੇਸ਼ਨ ਕਿਹੜਾ ਆ, ਜਿਹਦੇ ਵਿੱਚ ਜਦੋਂ ਦੋ ਵੇਰੀਏਬਲ ਜਾਂ ਸੇਮ ਡਾਇਰੈਕਸ਼ਨ ਨੂੰ ਮੂਵ ਕਰਦੇ ਆ. ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਐਕਸ ਐਂਡ ਵਾਈ ਆ, ਉਹ ਦੋਨੋਂ ਵੇਰੀਏਬਲ ਸੇਮ ਡਾਇਰੈਕਸ਼ਨ ਨੂੰ ਮੂਵ ਕਰਦੇ ਆ. ਲਾਈਕ ਐਜ਼ ਐਕਸ ਤੁਸੀਂ ਵੇਰੀਏਬਲ ਲੈ ਲਓ 1 2 3 4 5 ਐਂਡ ਵਾਈ ਵੇਰੀਏਬਲ ਲੈ ਲਿਆ ਤੁਸੀਂ 2 4 6 8. ਇਹਨਾਂ ਦੇ ਜਦੋਂ ਇਹ ਵੱਧਦੇ ਪਏ ਆ ਸੇਮ ਡਾਇਰੈਕਸ਼ਨ ਨੂੰ ਵੱਧਦੇ ਪਏ ਆ, ਐਕਸ ਦੇ ਵਿੱਚ ਤੁਹਾਡੇ ਕੋਲ 1 1 ਦਾ ਡਿਫਰੈਂਸ ਆ ਅਤੇ ਵਾਈ ਦੇ ਵਿੱਚ ਤੁਹਾਡੇ ਕੋਲ 2 2 ਦਾ ਡਿਫਰੈਂਸ ਹੈ. ਪੋਜ਼ੀਟਿਵ ਰਿਲੇਸ਼ਨ ਹੈ ਇਹਨਾਂ ਦੇ ਵਿੱਚ. ਨੈਕਸਟ ਹੈ ਨੈਗੇਟਿਵ ਕੋਰਿਲੇਸ਼ਨ. ਨੈਗੇਟਿਵ ਕੋਰਿਲੇਸ਼ਨ ਕਿਹੜਾ ਆ, ਜਦੋਂ ਕੀ ਆ ਦੋ ਵੇਰੀਏਬਲਸ ਆ ਉਹ ਓਪੋਜ਼ਿਟ ਡਾਇਰੈਕਸ਼ਨ ਨੂੰ ਮੂਵ ਕਰਦੇ ਪਏ ਆ. ਐਕਸ ਵਧੇਗਾ, ਵਾਈ ਘਟੇਗਾ. ਐਕਸ ਘਟ ਜਾਏਗਾ ਤਾਂ ਵਾਈ ਵੱਧ ਜਾਏਗਾ. ਫॉर एग्जांपल ਆਪਣੇ ਕੋਲ x ਕਿੰਨੇ ਆ 2 4 6 8. y ਆਪਣੇ ਕੋਲ ਕਿੰਨਾ ਆ 8 7 6 5. ਹੁਣ ਤੁਸੀਂ ਦੇਖ ਸਕਦੇ ਹੋ x ਵੇਰੀਏਬਲ ਦੇ ਵਿੱਚ ਆਪਣੇ ਕੋਲ ਕੀ ਆ, ਜਿਹੜੇ ਇਹਦੇ ਵੇਰੀਏਬਲਸ ਆ ਉਹ ਇਨਕਰੀਜ਼ ਹੋ ਰਹੇ ਆ. y ਵੇਰੀਏਬਲ ਦੇ ਵਿੱਚ ਜਿਹੜੇ ਆਪਣੇ ਕੋਲ ਵੇਰੀਏਬਲਸ ਆ ਡਿਕਰੀਜ਼ ਹੋ ਰਹੇ ਆ. ਗॉट इट. ਨੈਕਸਟ ਹੈ ਆਪਣੇ ਕੋਲ 0. ਜਿਹਦੇ ਵਿੱਚ ਜਦੋਂ ਆਪਣੇ ਕੋਲ ਦੋ ਵੇਰੀਏਬਲਸ ਹੋਣਗੇ ਉਹਨਾਂ ਦੇ ਵਿੱਚ ਆਪਸ ਵਿੱਚ ਕੋਈ ਰਿਲੇਸ਼ਨ ਨਹੀਂ ਹੁੰਦਾ, ਉਹਨੂੰ ਕਹਿੰਦੇ ਆ ਜ਼ੀਰੋ ਕੋਰਿਲੇਸ਼ਨ. ਇਹਦੇ ਵਿੱਚ ਜਿਹੜੇ ਆ ਦੋ ਵੇਰੀਏਬਲ ਆ ਇੰਡੀਪੈਂਡੈਂਟ ਰਹਿਣਗੇ, ਇਹਦੇ ਵਿੱਚ ਉਹਨਾਂ ਦਾ ਆਪਸ ਵਿੱਚ ਕੋਈ ਰਿਲੇਸ਼ਨ ਨਹੀਂ ਹੋਏਗਾ. ਫੋਰ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਸਟੂਡੈਂਟਸ ਦੀ ਹਾਈਟ ਨੇ, ਉਹਨਾਂ ਦੇ ਜਿਹੜੇ ਆ ਉਹਨਾਂ ਨੇ ਕਿਸੇ ਐਗਜ਼ਾਮ ਦੇ ਵਿੱਚ ਉਹਨੇ ਜਿੰਨੇ ਮਾਰਕਸ ਓਬਟੇਨ ਕੀਤੇ ਉਹਨਾਂ ਦਾ ਆਪਸ ਵਿੱਚ ਕੋਈ ਲੈਣਾ ਦੇਣਾ ਨਹੀਂ, ਉਹਨੂੰ ਕੀ ਕਹਾਂਗੇ ਜ਼ੀਰੋ ਰਿਲੇਸ਼ਨ. ਪੋਜ਼ੀਟਿਵ ਔਰ ਡਾਇਰੈਕਟ ਰਿਲੇਸ਼ਨ ਦੀ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ ਪ੍ਰਾਈਸ ਐਂਡ ਸਪਲਾਈ, ਇਨਕਮ ਐਂਡ ਐਕਸਪੈਂਡੀਚਰ. ਕਿੰਨਾ ਜਿਹੜਾ ਪਰਸਨ ਆ ਉਹਦੀ ਇਨਕਮ ਕਿੰਨੀ ਆ ਅਤੇ ਉਹਦੇ ਅਕੋਰਡਿੰਗ ਉਹ ਆਪਣਾ ਖਰਚ ਕਰ ਰਿਹਾ ਆ. ਹਾਈਟ ਐਂਡ ਵੇਟ, ਟੈਂਪਰੇਚਰ ਐਂਡ ਸੇਲ ਆਫ ਆਈਸ ਕ੍ਰੀਮ ਡਿਊਰਿੰਗ ਸਮਰ ਸੀਜ਼ਨ. ਨੈਗੇਟਿਵ ਕੋਰਿਲੇਸ਼ਨ ਦੀ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਪ੍ਰਾਈਸ ਐਂਡ ਡਿਮਾਂਡ ਫॉर ਅ ਕਮੋਡਿਟੀ, ਨੰਬਰ ਆਫ ਵਰਕਰਸ ਐਂਡ ਟਾਈਮ ਰਿਕੁਆਇਰਡ ਟੂ ਕੰਪਲੀਟ ਦਾ ਵਰਕ, ਵੋਲੀਅਮ ਐਂਡ ਪ੍ਰੈਸ਼ਰ ਆਫ ਗੈਸ ਐਕਸੈਟਰਾ. ਨੈਕਸਟ ਹੈ ਆਪਣੇ ਕੋਲ ਸਿੰਪਲ ਕੋਰਿਲੇਸ਼ਨ, ਪਾਰਸ਼ੀਅਲ ਕੋਰਿਲੇਸ਼ਨ ਐਂਡ ਮਲਟੀਪਲ ਕੋਰਿਲੇਸ਼ਨ. ਸਿੰਪਲ ਕੋਰਿਲੇਸ਼ਨ ਕੀ ਆ, ਉਹਨੂੰ ਕਿਵੇਂ ਸਿੰਪਲੀ ਕਹਾਂਗੇ, ਜਿਹਦੇ ਵਿੱਚ ਆਪਾਂ ਓਨਲੀ ਦੋ ਵੇਰੀਏਬਲਸ ਨੂੰ ਹੀ ਇਨਕਲੂਡ ਕਰਦੇ ਹਾਂ. ਲਾਈਕ ਐਜ਼ ਫੋਰ ਐਗਜ਼ਾਮਪਲ ਇਨਕਮ ਸੇਵਿੰਗ, ਦੋ ਵੇਰੀਏਬਲਸ ਦਾ ਹੀ ਰਿਲੇਸ਼ਨ ਹੋਏਗਾ, ਸਿੰਪਲ ਕੋਰਿਲੇਸ਼ਨ ਕਹਾਂਗੇ. ਪਾਰਸ਼ੀਅਲ ਕੋਰਿਲੇਸ਼ਨ ਕੀ ਆ, ਆਪਣੇ ਕੋਲ ਜਦੋਂ ਦੋ ਜਾਂ ਦੋ ਤੋਂ ਵੱਧ ਵੇਰੀਏਬਲਸ ਨੂੰ ਆਪਾਂ ਇਹਦੇ ਵਿੱਚ ਇਨਕਲੂਡ ਕਰਦੇ ਹਾਂ.
ਨੈਕਸਟ ਹੈ ਆਪਣੇ ਕੋਲ ਮਲਟੀਪਲ ਕੋਰਿਲੇਸ਼ਨ। ਮਲਟੀਪਲ ਕੋਰਿਲੇਸ਼ਨ ਕੀ ਹੈ ਆਪਣੇ ਕੋਲ, ਇਹਦੇ ਵਿੱਚ ਦੋ ਵੇਰੀਏਬਲ ਤਾਂ ਹੋਣਗੇ, ਜਿਹੜਾ ਇੱਕ ਹੋਰ ਵੇਰੀਏਬਲ ਆਪਾਂ ਇਹਦੇ ਵਿੱਚ ਯੂਜ਼ ਕਰਨਾ ਆ ਉਹ ਕੀ ਆ, ਉਹਦੀ ਸਟੱਡੀ ਕਰਨੀ ਆ, ਉਹਦੇ ਵਿੱਚ ਥਰਡ ਵੇਰੀਏਬਲ ਨੂੰ ਵੀ ਨਾਲ ਲੈ ਕੇ ਚੱਲਣਾ ਆ। ਨੈਕਸਟ ਹੈ ਆਪਣੇ ਕੋਲ ਲੀਨੀਅਰ ਐਂਡ ਨੋਨ ਲੀਨੀਅਰ ਕੋਰਿਲੇਸ਼ਨ। ਲੀਨੀਅਰ ਕੋਰਿਲੇਸ਼ਨ ਕੀ ਆ, ਜਦੋਂ ਆਪਣੇ ਕੋਲ ਦੋ ਵੇਰੀਏਬਲ ਗਿਵਨ ਆ, ਉਹਨਾਂ ਦੀ ਜਿਹੜੇ ਰੇਸ਼ੋ ਦੇ ਵਿੱਚ ਆ ਉਹ ਸੇਮ ਚੇਂਜ ਆਵੇ, ਜਿਹੜਾ ਉਹਨਾਂ ਦਾ ਡਿਫਰੈਂਸ ਆ ਉਹਦੇ ਵਿੱਚ ਸੇਮ ਚੇਂਜ ਆਵੇ। ਫੋਰ ਐਗਜ਼ਾਮਪਲ ਆਪਣੇ ਕੋਲ ਐਕਸ ਵੇਰੀਏਬਲ ਹੈ ਤੁਹਾਡੇ ਕੋਲ 1 2 3 4 ਐਂਡ 5, ਐਜ਼ ਇਟ ਇਜ਼ ਤੁਹਾਡੇ ਕੋਲ ਵਾਈ ਵੇਰੀਏਬਲ ਹੈਗਾ 3 5 7 9 ਐਂਡ 11। ਹੁਣ ਆਪਣੇ ਕੋਲ ਚੇਂਜ ਇਨ ਵਾਈ ਕਿੰਨਾ ਆਇਆ, ਚੇਂਜ ਇਨ ਵਾਈ ਤੁਸੀਂ ਡਿਫਰੈਂਸ ਦੇਖ ਲਓ, 5 - 3 2, 7 - 5 2, 9 - 7 2, 11 - 9 2। ਐਜ਼ ਇਟ ਇਜ਼ ਤੁਹਾਡੇ ਕੋਲ ਐਕਸ ਦੇ ਵਿੱਚ ਕਿੰਨਾ ਆ ਚੇਂਜ, 2 - 1 1, 3 - 2 1, 4 - 3 1, 5 - 4 1। ਹੁਣ ਇਹਦੇ ਵਿੱਚ ਕੀ ਆ ਚੇਂਜ ਆ ਜਿਹੜਾ ਆਪਸ ਵਿੱਚ ਹਰ ਇੱਕ ਵੇਰੀਏਬਲ ਦੇ ਵਿੱਚ 1 1 ਦਾ ਆ ਰਿਹਾ ਹੈ, ਉਹਨੂੰ ਕਹਿੰਦੇ ਆ ਲੀਨੀਅਰ ਕੋਰਿਲੇਸ਼ਨ। ਨੈਕਸਟ ਹੈ ਆਪਣੇ ਕੋਲ ਨੋਨ ਲੀਨੀਅਰ ਕੋਰਿਲੇਸ਼ਨ। ਇਫ ਦਾ ਅਮਾਊਂਟ ਇਨ ਵਨ ਵੇਰੀਏਬਲ ਇਜ਼ ਨਾਟ ਇਨ ਕੌਂਸਟੈਂਟ, ਉਹਨਾਂ ਦੇ ਵਿੱਚ ਕੀ ਆ ਦੋਨਾਂ ਦੇ ਵੇਰੀਏਬਲ ਦੇ ਵਿੱਚ ਜਿਹੜੀ ਆ ਡਿਫਰੈਂਸ ਆ ਉਹ ਸੇਮ ਨਾ ਆਵੇ। ਲਾਈਕ ਐਜ਼ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲ ਵੇਰੀਏਬਲ ਹੈ x 4 8 12 16 20, y ਦੇ ਵਿੱਚ ਹੈ 5 7 10 17 26। ਹੁਣ ਆਪਣੇ ਕੋਲ ਕੀ ਹੈ ਇੱਥੇ ਇਹਨਾਂ ਦੇ ਵਿੱਚ ਆਪਸ ਵਿੱਚ ਡਿਫਰੈਂਸ ਦੇਖ ਲਓ, ਤੁਹਾਡੇ ਕੋਲ ਕਿੰਨੇ ਕਿੰਨੇ ਦਾ ਆ ਰਿਹਾ, ਪਹਿਲਾਂ 4 4 ਦਾ ਆ ਰਿਹਾ, ਐਕਸ ਦੇ ਵਿੱਚ ਤਾਂ ਸੇਮ ਆ ਰਿਹਾ ਆ, ਬਟ ਆਪਣੇ ਕੋਲ ਵਾਈ ਐਕਸਿਸ ਜਿਹੜੀ ਆ ਵਾਈ ਵੇਰੀਏਬਲ ਆ ਉਹਦੇ ਵਿੱਚ ਪਹਿਲਾਂ 2 ਦਾ ਡਿਫਰੈਂਸ ਆ, ਫਿਰ 3 ਦਾ ਆ ਗਿਆ, ਫਿਰ 7 ਦਾ ਆ ਗਿਆ, ਐਜ਼ ਇਟ ਇਜ਼ ਨੈਕਸਟ ਆ ਗਿਆ। ਨੈਕਸਟ ਹੈ ਆਪਣੇ ਕੋਲ ਨਦਰ ਇੱਕ ਹੋਰ ਵੇਰੀਏਬਲ ਆ ਜਿਹਦੇ ਵਿੱਚ ਤੁਸੀਂ ਲੈ ਸਕਦੇ ਹੋ ਲੌਜੀਕਲ ਔਰ ਇਲੌਜੀਕਲ ਕੋਰਿਲੇਸ਼ਨ। ਲੌਜੀਕਲ ਕੋਰਿਲੇਸ਼ਨ ਕਿਹੜਾ ਹੈ, ਜਿਹਦੇ ਵਿੱਚ ਲੌਜਿਕਸ ਯੂਜ਼ ਕੀਤੇ ਜਾਂਦੇ ਆ, ਉਹਦੇ ਵਿੱਚ ਮੈਥਮੈਟੀਕਲ ਟਰਮਸ ਐਂਡ ਕੰਡੀਸ਼ਨਸ ਨੂੰ ਯੂਜ਼ ਕੀਤਾ ਜਾਂਦਾ ਹੈ। ਇਲੌਜੀਕਲ ਕੋਰਿਲੇਸ਼ਨ ਦੇ ਵਿੱਚ ਆਪਾਂ ਮੈਥਮੈਟੀਕਲ ਟਰਮਸ ਐਂਡ ਕੰਡੀਸ਼ਨਸ ਨੂੰ ਯੂਜ਼ ਨਹੀਂ ਕਰਦੇ। ਫॉर ਐਗਜ਼ਾਮਪਲ ਇਹਦੇ ਵਿੱਚ ਕੀ ਆ, ਇਨਕਮ ਐਂਡ ਹਾਈਟ ਆਫ ਅ ਗਰੁੱਪ ਆਫ ਪਰਸਨਸ ਲੈ ਲਿਆ, ਇਹ ਆਪਣੇ ਕੋਲ ਇਲੌਜੀਕਲ ਆ। ਅਤੇ ਲੌਜੀਕਲ ਕੋਰਿਲੇਸ਼ਨ ਦੇ ਵਿੱਚ ਆਪਾਂ ਪ੍ਰਾਈਸ ਐਂਡ ਡਿਮਾਂਡ, ਸਪਲਾਈ, ਇਨਕਮ, ਇਹ ਸਾਰੀਆਂ ਟਰਮਸ ਨੂੰ ਯੂਜ਼ ਕਰਾਂਗੇ।